Hello students, today now we are going to start lesson number 5 footprints without feet। बेटा अपनी बुक का टाइटल पेज है जो भी यही है footprints without feet। Then it is a story of invisible man and this story is written by H.G. Wells। Now let's start the reading of this chapter। Can a man become invisible? कहते कोई मैन है जो इनविजिबल हो सकता है। This is the story of a scientist who discovers how to make himself invisible। ਇਹ ਸਟੋਰੀ ਇੱਕ ਸਾਇੰਟਿਸਟ ਦੀ ਜੋ ਡਿਸਕਵਰ ਕਰਦਾ ਹੈ ਕਿ ਕਿਸ ਤਰ੍ਹਾਂ ਇਨਵਿਜ਼ੀਬਲ ਹੋਇਆ ਜਾ ਸਕਦਾ ਹੈ, ਕਿਸ ਤਰ੍ਹਾਂ ਹਿਊਮਨ ਬੋਡੀ ਹੈ ਜਿਹੜੀ ਉਹਨੂੰ ਇਨਵਿਜ਼ੀਬਲ ਕੀਤਾ ਜਾ ਸਕਦਾ ਹੈ। ਡਜ਼ ਹੀ ਯੂਜ਼ ਔਰ ਮਿਸਯੂਜ਼ ਹਿਸ ਡਿਸਕਵਰੀ, ਕਹਿੰਦੇ ਕੀ ਉਹਨੇ ਯੂਜ਼ ਕੀਤਾ ਆਪਣੀ ਡਿਸਕਵਰੀ ਦਾ, ਗੁੱਡ ਯੂਜ਼ ਕੀਤਾ ਜਾਂ ਫਿਰ ਮਿਸਯੂਜ਼ ਕੀਤਾ। ਦੈਨ ਦੇਖਦੇ ਹਾਂ ਇਸ ਚੈਪਟਰ ਦੇ ਵਿੱਚ। The two boys started in surprise at the fresh muddy imprints of a pair of bare feet। ਕਹਿੰਦੇ ਦੋ ਲੜਕੇ ਨੇ ਬਹੁਤ ਜ਼ਿਆਦਾ ਹੈਰਾਨ ਹੁੰਦੇ ਨੇ ਜਦੋਂ ਉਹ ਫੁੱਟਪ੍ਰਿੰਟਸ ਯਾਨੀ ਪੈਰਾਂ ਦੇ ਨਿਸ਼ਾਨ ਜੋ ਚਿੱਕੜ ਨਾਲ ਲਿਬੜੇ ਹੋਏ ਨੇ ਉਹ ਦੇਖਦੇ ਨੇ। What was a barefooted man doing on the steps of a house in the middle of the London? ਕਹਿੰਦੇ barefoot man ਯਾਨੀ ਨੰਗੇ ਪੈਰਾਂ ਦੇ ਨਾਲ ਉਹ ਮੈਨ ਹੈ ਜੋ ਉਸ ਘਰ ਤੋਂ ਨਿਕਲਿਆ, ਠੀਕ ਹੈ, ਮਿਡਲ ਆਫ ਲੰਡਨ, ਲੰਡਨ ਦੇ ਮਿਡਲ ਦੇ ਵਿੱਚ ਕਹਿੰਦੇ ਕੀ ਕਰ ਰਿਹਾ ਹੈ ਉਹ ਮੈਨ। ਐਂਡ ਵੇਅਰ ਵਾਜ਼ ਦਾ ਮੈਨ, ਅਤੇ ਉਹ ਮੈਨ ਕਿੱਥੇ ਹੈ, ਦਿਖਾਈ ਤਾਂ ਦੇ ਨਹੀਂ ਰਿਹਾ। ਐਜ਼ ਦੇ ਗੇਜ਼ਡ ਅ ਰਿਮਾਰਕੇਬਲ ਸਾਈਟ ਮੈਟ ਦੇਅਰ ਆਈਜ਼, ਜਦੋਂ ਉਹ ਦੇਖ ਰਹੇ ਸੀਗੇ ਇੱਕ ਅਜੀਬ ਸਾਈਟ ਦੇਖੀ ਉਹਨਾਂ ਨੇ, ਅਜੀਬ ਨਜ਼ਾਰਾ ਦੇਖਿਆ। ਅ ਫਰੈਸ਼ ਫੁੱਟਮਾਰਕ ਅਪੀਅਰਡ ਫਰੋਮ ਨਾਊਵੇਅਰ, ਫਰੈਸ਼ ਫੁੱਟਮਾਰਕ ਸੀ ਜਿਹੜੇ ਹੁਣ ਉਹ ਕਿਤੇ ਵੀ ਦਿਖਾਈ ਨਹੀਂ ਸੀ ਦੇ ਰਹੇ, ਜਿਵੇਂ ਜਿਵੇਂ ਉਹਨਾਂ ਨੇ ਫੋਲੋ ਕੀਤਾ ਉਹ ਨਿਸ਼ਾਨ ਸੀ ਜਿਹੜੇ ਖਤਮ ਹੁੰਦੇ ਗਏ। ਫਰਦਰ ਫੁੱਟਪ੍ਰਿੰਟਸ ਫੋਲੋਡ, ਉਹਨਾਂ ਨੂੰ ਫਰਦਰ ਫੋਲੋ ਕਰਦੇ ਗਏ। ਵਨ ਆਫਟਰ ਅਨਦਰ ਡਿਸੈਂਡਿੰਗ ਦ ਸਟੈਪਸ ਐਂਡ ਪ੍ਰੋਗਰੈਸਿੰਗ ਡਾਊਨ ਦ ਸਟਰੀਟ, ਨੀਚੇ ਨੀਚੇ ਉਹ ਦੇਖਦੇ ਗਏ ਔਰ ਸਟਰੀਟ ਤੱਕ ਜਾਂਦੇ ਹੋਏ ਡਿਸਅਪੀਅਰ ਹੋ ਗਏ ਸੀ, ਪੈਰਾਂ ਦੇ ਨਿਸ਼ਾਨ ਸੀ ਜੋ। The boys followed fascinated until the muddy impressions became fainter and fainter। ਬॉयਜ਼ ਸੀ ਜਿਹੜੇ ਉਹ ਫੋਲੋ ਕਰਦੇ ਰਹੇ ਉਹਨਾਂ ਟਾਈਮ ਜਿੰਨਾ ਟਾਈਮ ਤੱਕ ਉਹ ਫੇਂਟ ਨਹੀਂ ਹੁੰਦੇ ਗਏ ਪੈਰਾਂ ਦੇ ਨਿਸ਼ਾਨ ਸੀ। ਐਂਡ ਐਟ ਲਾਸਟ disappeared altogether, ਲਾਸਟ ਦੇ ਵਿੱਚ ਉਹ ਡਿਸਅਪੀਅਰ ਹੋ ਗਏ। The explanation of the mystery was really simple enough। ਕਹਿੰਦੇ ਇਸ ਮਿਸਟਰੀ ਨੂੰ, ਇਸ ਰਹੱਸ ਨੂੰ ਸੁਲਝਾਉਣਾ ਬਹੁਤ ਸਿੰਪਲ ਸੀ। The bewildered boys had been following a scientist who had just discovered how to make the human body transparent। ਉਹ ਦੋਨੋਂ ਲੜਕੇ ਸੀਗੇ ਜਿਹੜੇ ਪਜ਼ਲ ਸੀ, bewildered means confused ਸੀ, puzzled ਸੀ। following a scientist, ਉਹ ਸਾਇੰਟਿਸਟ ਨੂੰ ਫੋਲੋ ਕਰ ਰਹੇ ਸੀ who had just discovered how to make the human body discover, ਜਿਹਨੇ ਕਿ ਸਰਚ ਕੀਤਾ ਸੀ ਸਾਇੰਟਿਸਟ ਨੇ ਕਿ ਹਿਊਮਨ ਬੋਡੀ ਨੂੰ ਕਿਸ ਤਰ੍ਹਾਂ ਟਰਾਂਸਪੇਰੈਂਟ ਕਰਨਾ ਹੈ। Then Griffin the scientist had carried out experiment after experiment to prove that the human body could become invisible। ਚੈਪਟਰ ਦਾ ਮੇਨ ਕਰੈਕਟਰ ਹੈ ਗ੍ਰਿਫਨ, ਠੀਕ ਹੈ, ਜੋ ਕਿ ਇੱਕ ਸਾਇੰਟਿਸਟ ਹੈ। ਐਕਸਪੈਰੀਮੈਂਟ ਉਹਨੇ ਬਹੁਤ ਜ਼ਿਆਦਾ ਕੀਤੇ ਇਹ ਪ੍ਰੂਵ ਕਰਨ ਦੇ ਲਈ ਕਿ ਹਿਊਮਨ ਬੋਡੀ ਨੂੰ ਇਨਵਿਜ਼ੀਬਲ ਕੀਤਾ ਜਾ ਸਕਦਾ ਹੈ। ਫਾਈਨਲੀ ਹੀ ਸਵੈਲੋਡ ਸਰਟੇਨ ਡਰੱਗਸ, ਫਿਰ ਉਹਨੇ ਕੀ ਕੀਤਾ, ਖੁਦ 'ਤੇ ਐਕਸਪੈਰੀਮੈਂਟ ਕੀਤਾ, ਉਹ ਡਰੱਗਸ ਸੀ ਜਿਹੜੇ ਸਵੈਲੋ ਕੀਤੇ, ਨਿਗਲ ਐਂਡ ਹਿਸ ਬੋਡੀ ਬਿਕੇਮ ਐਜ਼ ਟਰਾਂਸਪੇਰੈਂਟ ਐਜ਼ ਅ ਸ਼ੀਟ ਆਫ ਗਲਾਸ, ਔਰ ਉਹਦੀ ਬੋਡੀ ਸੀ ਜੋ ਸ਼ੀਟ ਦੀ ਤਰ੍ਹਾਂ ਟਰਾਂਸਪੇਰੈਂਟ ਹੋ ਗਈ ਸੀ। ਦੋ ਇਟ ਆਲਸੋ ਰਿਮੇਨਡ ਐਜ਼ ਸੋਲਿਡ ਐਜ਼ ਗਲਾਸ, ਕਹਿੰਦੇ ਭਾਵੇਂ ਇੱਦਾਂ ਸੀਗਾ ਕਿ ਉਹ ਗਲਾਸ ਦੀ ਤਰ੍ਹਾਂ ਸੋਲਿਡ ਸੀ, ਬਟ ਉਹਨੂੰ ਟੱਚ ਤਾਂ ਨਹੀਂ ਕੀਤਾ ਸੀ ਕਿਸੇ ਨੇ, ਠੀਕ ਹੈ, ਸਾਨੂੰ ਕੀ ਪਤਾ ਉਹ ਸੋਲਿਡ ਸੀ ਜਾਂ ਕਿਸ ਤਰ੍ਹਾਂ ਦੀ ਸੀਗੀ। ਬ੍ਰਿਲੀਅੰਟ ਸਾਇੰਟਿਸਟ ਦੋ ਹੀ ਵਾਜ਼। ਨੈਕਸਟ ਪੈਰਾਗ੍ਰਾਫ ਇਜ਼ ਬ੍ਰਿਲੀਅੰਟ ਸਾਇੰਟਿਸਟ ਦੋ ਹੀ ਵਾਜ਼। ਬ੍ਰਿਲੀਅੰਟ ਸਾਇੰਟਿਸਟ ਸੀ ਗ੍ਰਿਫਨ ਸੀ ਜੋ was rather a lawless person, but ਉਹ lawless person ਸੀ। His landlord dislikes him and tried to eject him। ਉਹਦੇ ਲੈਂਡਲੋਰਡ ਸੀ ਜੋ ਉਹਨੂੰ ਪਸੰਦ ਨਹੀਂ ਕਰਦੇ ਸੀ, ਠੀਕ ਹੈ, ਔਰ ਉਹਨੂੰ ਹਮੇਸ਼ਾ ਇਜੈਕਟ ਕਰ ਦਿੰਦੇ ਸੀਗੇ, ਮਨਾ ਕਰ ਦਿੰਦੇ ਸੀਗੇ। ਉਹਦੇ ਜੋ ਵੀ ਡਿਸਕਵਰੀਜ਼ ਹੁੰਦੀਆਂ ਸੀ ਉਹਨੂੰ ਲਾਈਕ ਨਹੀਂ ਕਰਦੇ ਸੀ। ਇਨ ਰਿਵੈਂਜ ਉਹਨੇ ਬਦਲਾ ਲੈਣ ਦੇ ਲਈ ਕੀ ਕੀਤਾ, ਗ੍ਰਿਫਨ ਸੈਟ ਫਾਇਰ ਟੂ ਦ ਹਾਊਸ, ਉਹਦੇ ਘਰ ਨੂੰ ਅੱਗ ਲਗਾ ਦਿੱਤੀ। ਟੂ ਗੈਟ ਅਵੇ ਵਿਦਾਊਟ ਬੀਂਗ ਸੀਨ ਹੀ ਹੈਡ ਟੂ ਰਿਮੂਵ ਹਿਜ਼ ਕਲੋਥਸ, ਠੀਕ ਹੈ, ਉਹਨੇ ਕੀ ਕੀਤਾ ਔਰ ਉਹਨਾਂ ਤੋਂ ਬਚਣ ਦੇ ਲਈ ਘਰ ਨੂੰ ਅੱਗ ਲਗਾਉਣ ਤੋਂ ਬਾਅਦ ਜਦੋਂ ਉਹ ਦੌੜਿਆ ਉਹਨੇ ਆਪਣੇ ਕਲੋਥਸ ਸੀ ਜੋ ਰਿਮੂਵ ਕਰਤੇ। ਦਸ ਇਟ ਵਾਜ਼ ਦੈਟ ਹੀ ਬਿਕੇਮ ਅ ਹੋਮਲੈਸ ਵਾਂਡਰਰ। ਦੈਨ ਉਸ ਤੋਂ ਬਾਅਦ ਕੀ ਹੋਇਆ, ਉਹ ਦੌੜ ਗਿਆ ਉੱਥੋਂ, ਠੀਕ ਹੈ, ਵਿਦਾਊਟ ਕਲੋਥਸ, ਬਿਨਾਂ ਕਲੋਥਸ ਤੋਂ, ਵਿਦਾਊਟ ਮਨੀ ਐਂਡ ਕੁਆਇਟ ਇਨਵਿਜ਼ੀਬਲ, ਔਰ ਉਹ ਇਨਵਿਜ਼ੀਬਲ ਸੀ, ਹੁਣ ਦਿਖਾਈ ਦੇ ਰਿਹਾ, ਠੀਕ ਹੈ, ਸਾਨੂੰ ਨਹੀਂ ਪਤਾ ਚੱਲ ਰਿਹਾ ਸੀ ਕਿਉਂਕਿ ਉਹਦੇ ਪੈਰਾਂ ਦੇ ਨਿਸ਼ਾਨ ਸੀ ਜਿਹੜੇ ਉਹ ਦਿਖਾਈ ਦੇ ਰਹੇ ਸੀ। ਅੰਟਿਲ ਹੀ ਹੈਪਨ ਟੂ ਸਟੈਪ ਇਨ ਸਮ ਮਡ, ਫਿਰ ਕੀ ਹੋਇਆ, ਅਚਾਨਕ ਉਹਦਾ ਪੈਰ ਸੀ ਜੋ ਇੱਕ ਸਟੈਪ ਸੀ ਜੋ ਮੱਡ ਦੇ ਵਿੱਚ ਚਲਾ ਗਿਆ, ਚਿੱਕੜ ਦੇ ਵਿੱਚ ਚਲਾ ਗਿਆ। ਐਂਡ ਲੈਫਟ ਫੁੱਟਪ੍ਰਿੰਟਸ ਐਜ਼ ਹੀ ਵਾਕਡ, ਦੈਨ ਜਦੋਂ ਉਹ ਚੱਲਦਾ ਸੀ ਉਹਦੇ ਪੈਰਾਂ ਦੇ ਨਿਸ਼ਾਨ ਸੀ ਉੱਥੇ ਬਣਦੇ ਜਾ ਰਹੇ ਸੀ। ਇਸ ਤੋਂ ਕੀ ਦੇਖਿਆ ਉਹਨਾਂ ਦੋਨੋਂ ਬॉयਜ਼ ਨੇ,
और वो दोनों बॉयज़ सी जो ਉਹਦਾ ਪਿੱਛਾ ਕਰਦੇ ਰਹੇ ਕਿ ਕਿੱਥੇ ਤੱਕ ਉਹਦੇ ਪੈਰਾਂ ਦੇ ਨਿਸ਼ਾਨ ਨੇ ਜਿਹੜੇ ਜਾ ਰਹੇ ਨੇ। ਦੈਨ ਲੰਡਨ ਦੇ ਮਿਡਲ ਦੇ ਵਿੱਚ ਜਾ ਕੇ ਸਟਰੀਟ ਦੇ ਵਿੱਚ ਜਾ ਕੇ ਉਹਦੇ ਪੈਰਾਂ ਦੇ ਨਿਸ਼ਾਨ ਸੀ ਜਿਹੜੇ ਉਹ ਡਿਸਅਪੀਅਰ ਹੋਣੇ ਸਟਾਰਟ ਹੋ ਗਏ। He escaped easily enough from the boys who followed his footprints in London. Then ਇਸ ਤਰ੍ਹਾਂ ਗ੍ਰਿਫਨ ਸੀ ਜੋ ਉਹਨਾਂ ਲੜਕਿਆਂ ਤੋਂ ਬਚ ਕੇ ਨਿਕਲ ਗਿਆ। But his adventures even by no means over. ਠੀਕ ਹੈ, ਉਹਦੇ ਐਡਵੈਂਚਰਸ ਸੀ ਜਿਹੜੇ ਉਹ ਹਜੇ ਵੀ ਖਤਮ ਨਹੀਂ ਹੋਏ ਸੀ, ਜੋ ਐਡਵੈਂਚਰਸ ਗ੍ਰਿਫਨ ਸੀ ਜੋ ਕਰ ਰਿਹਾ ਸੀ। He had chosen a bad time of the year to wander about London without clothes. ਠੀਕ ਹੈ, ਬਟ ਉਹਨੇ ਬੁਰਾ ਟਾਈਮ ਚੁਣਿਆ ਸੀਗਾ। ਠੀਕ ਹੈ, ਬੈਡ ਟਾਈਮ ਸਲੈਕਟ ਕੀਤਾ ਸੀਗਾ। ਵਿਦਾਊਟ ਕਲੋਥਸ ਉਹ ਘੁੰਮ ਰਿਹਾ ਸੀ ਲੰਡਨ ਦੇ ਵਿੱਚ। ਕਿਉਂ? ਇਟ ਵਾਜ਼ ਮਿਡ ਵਿੰਟਰ, ਕਿਉਂਕਿ ਸਰਦੀ ਦਾ ਮਿਡ ਸੀਗਾ। ਦ ਏਅਰ ਵਾਜ਼ ਬਿਟਰਲੀ ਕੋਲਡ, ਠੰਡੀ ਹਵਾ ਚੱਲ ਰਹੀ ਸੀ। ਐਂਡ ਹੀ ਕੁਡ ਨਾਟ ਡੂ ਵਿਦਾਊਟ ਕਲੋਥਸ। ਦੈਨ ਬਿਨਾਂ ਕਲੋਥਸ ਤੇ ਉਹ ਕੀ ਕਰਦਾ? ਇੰਸਟੈਡ ਆਫ ਵਾਕਿੰਗ ਅਬਾਊਟ ਦ ਸਟਰੀਟਸ ਹੀ ਡਿਸਾਈਡਡ ਟੂ ਸਲਿਪ ਇਨਟੂ ਅ ਬਿਗ ਲੰਡਨ ਸਟੋਰ ਫॉर ਵਾਰਮਥ। ਠੀਕ ਹੈ, ਸਟਰੀਟਸ ਦੇ ਵਿੱਚ ਵਾਕ ਕਰਨ ਦੀ ਬਜਾਏ ਉਹਨੇ ਕੀ ਕੀਤਾ? ਲੰਡਨ ਦੇ ਇੱਕ ਸਟੋਰ ਦੇ ਵਿੱਚ, ਠੀਕ ਹੈ, ਆਪਣੇ ਆਪ ਨੂੰ ਨਿੱਘ ਦੇਣ ਦੇ ਲਈ ਲੰਡਨ ਦੇ ਇੱਕ ਸਟੋਰ ਦੇ ਵਿੱਚ ਚਲਾ ਗਿਆ। ਕਲੋਜ਼ਿੰਗ ਟਾਈਮ ਅਰਾਈਵਡ, ਯਾਨੀ ਈਵਨਿੰਗ ਟਾਈਮ ਹੋ ਗਿਆ ਸੀਗਾ। ਹੁਣ ਕਲੋਜ਼ਿੰਗ ਟਾਈਮ ਸੀ ਉਸ ਮॉल ਦੇ ਬੰਦ ਹੋਣ ਦਾ, ਸਟੋਰ ਦੇ ਬੰਦ ਹੋਣ ਦਾ। And as soon as the doors were shut, Griffin was able to give himself the pleasure of clothing and feeding himself without regard to expense. Then Griffin ने की किया? अंदर चला गया। डोर सी ਜਿਹੜੇ शट हो चुके ਸੀਗੇ। ठीक है, उन्हें ਉੱਥੋਂ क्लोथिंग ਲਈ, अपने कपड़े उठाए, फीड ਲਈ ਉੱਥੇ ਜੋ ਵੀ ਖਾਣ ਪੀਣ ਦੇ ਲਈ ਅਲੱਗ ਤੋਂ ਕਾਊਂਟਰ ਬਣਿਆ ਹੋਇਆ ਸੀ। ठीक है, ਉੱਥੇ फीड ਲਈ। then बिना किसी खर्चे तो he broke open boxes और उसने स्टोर च एंटर करके बॉक्सेस ओपन किए, उन्होंने रैपर्स फाड़ते एंड फिटेड हिमसैल्फ आउट विद वार्म क्लोथ्स। तो जो भी क्लोथ्स वो फिट सीगे उन्हें वो क्लोथ्स पहन लिए। सून विद शूज़ एंड ओवरकोट एंड अ वाइट ब्रिम्ड हैट। फिर उन्हें शूज़ पहने, ओवरकोट पहने, वाइट ब्रिम्ड हैट, एक वड्डी ब्रिम्ड हुंदा एज बेटा। ठीक है, बहुत ही चौड़े एज वाली हैट पहन ली। ही बिकेम अ फुली ड्रेस्ड, उन्होंने ड्रेसअप हो गया सी वो फुली एंड विजिबल पर्सन, हुण वो सब नूं दिखाई दे सकदा सी। इन द किचन ऑफ द रेस्टोरेंट ही फाउंड कोल्ड मीट एंड कॉफ़ी। किचन दे विच रेस्टोरेंट दे उन्हें की देखा? उत्ते मीट सी, कॉफ़ी सी। एंड ही फॉलोड अप द मील विद स्वीट्स। ठीक है, उन्हें वो खाना खाया, स्वीट्स खाइया एंड वाइन टेकन फ्रॉम द ग्रोसरी स्टोर। ग्रोसरी स्टोर तो उन्हें वाइन पीती। फाइनली ही सैटल डाउन टू स्लीप ऑन अ पाइल ऑफ क्विल्ट्स। पाइल ऑफ क्विल्ट्स मीनस गद्दियां दा ढेर। फिर उन्हें की किया? पूरी तरह अपना पेट पूजा करन तो बाद, ठीक है, सब कुछ खान पीन तो बाद फिर वो सो गया गद्दियां दे ढेर दे उत्ते। इफ ओनली ग्रिफन हैड मैनेज टू वेक अप इन गुड टाइम ऑल माइट हैव बीन वेल। सिर्फ ग्रिफन सी जिहड़ा उन्होंने बड़ा मुश्किल होया सुबह उठना। ठीक है, सब कुछ ओके सीगा, मॉर्निंग हुई, सारे आना जाना स्टार्ट हो गए। ग्रिफन सी जिहड़ा उहदे लई मुश्किल सी क्योंकि वो बहुत ज़्यादा थकावट तो बाद उत्थे लेटिया सी। As it was, he did not wake up until the assistants were already arriving next morning. उन्ना टाइम तक ਉਹਦੀ ਅੱਖ नहीं सी खुली। ठीक है, वो नहीं जागਿਆ ਸੀ उन्ना टाइम तक जिन्ना सुबह होने तक। उदों तक उत्थे दे असिस्टेंट सी ਜਿਹੜੇ वर्कर सी ਜਿਹੜੇ ਉਹ ਵੀ ਉੱਥੇ पहुँच गए सी। When he saw a couple of them approaching, ਜਦੋਂ ਉਹਨੇ ਦੇਖਿਆ ਕਿ ਉਹਦੇ ਕੋਲ कुछ ਲੋਕੀ आ रहे ਨੇ, he panicked and began to run। बहुत ज़्यादा टेंशन ਦੇ ਵਿੱਚ हो गया, नर्वस हो गया ਤੇ ਉਹਨੇ ਉੱਥੋਂ ਦੌੜਨਾ स्टार्ट ਕੀਤਾ। They naturally gave chase। ठीक है, ਉਹਦਾ ਪਿੱਛਾ ਕੀਤਾ ਉਹਨਾਂ ਨੇ। In the end he was able to escape only by quickly taking off his newly found clothes। ਫਿਰ ਉਹਨੇ ਐਂਡ ਦੇ ਵਿੱਚ ਕੀ ਕੀਤਾ? ਬਚਣ ਦੇ ਲਈ ਆਪਣੇ ਨਵੇਂ ਕਲੋਥਸ ਸੀ ਜਿਹੜੇ ਉਹ ਵੀ ਟੇਕਿੰਗ ਆਫ ਕੀਤੇ, ਯਾਨੀ ਉਤਾਰਤੇ। So once more he found himself invisible but naked in the chill January air। ठीक है, ਹੁਣ ਉਹ ਇਨਵਿਜ਼ੀਬਲ ਦਿਖਾਈ ਦੇ ਰਿਹਾ ਸੀ ਇੰਨੀ ਜ਼ਿਆਦਾ ਸਰਦੀ ਦੇ ਮੌਸਮ ਦੇ ਵਿੱਚ ਵੀ। चिल January air ਸੀ, हवा चल रही सी, जनवरी का टाइम सीगा, उन्हें ठंड फील हो रही सी। ठीक है, दिस टाइम ही डिसाइडेड टू ट्राई द स्टॉक ऑफ एथेटिकल कंपनी इन द होप ऑफ फाइंडिंग नॉट ओनली क्लोथ्स बट ऑल्सो समथिंग दैट वुड हाइड द एम्प्टी स्पेस अबव हिज शोल्डर्स। उस टाइम फिर की होया? उन्हें डिसाइड किया कि किसी थेटिकल कंपनी दे विच, ठीक है, जिथे थिएटर्स वाले सारे अपने क्लॉथ्स रखते हैं, कि उत्थे जावां। ਉੱਥੋਂ ਇਹ ਨਹੀਂ ਕਿ ਇਕੱਲੇ ਕਲੋਥਸ ਹੀ ਉਹਨੂੰ ਮਿਲਣ, ਉਹਨੂੰ ਉਹ ਮਟੀਰੀਅਲ ਵੀ ਮਿਲੇ ਜਿਹਦੇ ਨਾਲ ਕਿਹੜਾ ਉਹਦੇ ਸ਼ੋਲਡਰਸ ਦੇ ਉੱਪਰ ਵਾਲੀ ਸਪੇਸ ਹੈ ਜਿਹੜੀ ਉਹ ਵੀ ਕਵਰ ਹੋ ਜਾਵੇ, ਯਾਨੀ ਉਹਦਾ ਫੇਸ ਵੀ ਕਵਰ ਹੋ ਜਾਵੇ। ਸ਼ਿਵਰਿੰਗ ਵਿਦ ਕੋਲਡ, ਠੰਡ ਨਾਲ ਪੂਰੀ ਤਰ੍ਹਾਂ ਕੰਬ ਰਿਹਾ ਸੀਗਾ ਉਹ। ਹੀ ਹਰਿਡ ਟੂ ਡਰੂਰੀ ਲੇਨ। ਦੈਨ ਉਹ ਕਿਸ ਏਰੀਆ ਦੇ ਵਿੱਚ ਗਿਆ? ਡਰੂਰੀ ਲੇਨ। ਲੇਨ ਮੀਨ ਸਟਰੀਟ। ਉਹ ਸਟਰੀਟ ਦੇ ਵਿੱਚ ਗਿਆ। ਦ ਸੈਂਟਰ ਆਫ ਦ ਥੀਏਟਰ ਵਰਲਡ, ਜੋ ਕਿ ਥੀਏਟਰ ਵਰਲਡ ਦੇ ਸੈਂਟਰ ਦੇ ਵਿੱਚ ਸੀ। ਹੀ ਸੂਨ ਫਾਊਂਡ ਅ ਸੁਟੇਬਲ ਸ਼ਾਪ। ਫਿਰ ਉਹਨੂੰ ਇੱਕ ਸ਼ਾਪ ਮਿਲ ਗਈ ਉੱਥੇ।
He made his way invisible upstairs and come out a little later wearing bandages round his forehead, dark glasses, false nose, big bushy side whiskers and a large hat. Then उन्हें invisible upstairs गया सीगा, then वो सारे clothes पा के नीचे आ गया। ये सारा material सी जिहड़ा उन्हें use किया, glasses लगाइयां, nose लगाई, ठीक है, whiskers लगाए and a big large hat ते वड्डी hat पहनी। then face ते उन्हें की किया, bandages wear कर लिया। to escape without being seen, उन्हें बचन दे लई, ठीक है, he carelessly attacked the shopkeeper from behind, उन्हें shopkeeper दे उत्ते पिछों बुरी तरह दे नाल, carelessly means बुरी तरह दे नाल हमला किया। after which he robbed him of all the money he could find, फिर उन्हें चोरी किया, ठीक है, उत्थे जो भी शॉप दे विच जो भी मटीरियल्स मनी सीगी उन्हें चोरी की जिन्नी भी उन्होंने मिली उत्थे। Next is eager to get away from crowded London, he took a train to the village of Iping, where he booked 2 rooms at the local inn, ठीक है। फिर उन्हें भीड़ तो बचन दे लई लंडन, he took a train, उन्हें ट्रेन लई, ठीक है, आइपिंग जान दे लई, आइपिंग विलेज ऑफ आइपिंग दे एक विलेज दे विच जान दे लई उन्हें ट्रेन लई, where he booked 2 rooms at the local inn, उन्हें उत्ते 2 rooms बुक किते। The arrival of a stranger at an inn in winter was in any case an unusual event, ठीक है। ਕਹਿੰਦੇ ਵਿੰਟਰ ਦੇ ਵਿੱਚ ਉਸ ਇਨ ਦੇ ਵਿੱਚ ਆਉਣਾ ਬਹੁਤ ਸਟ੍ਰੇਂਜ ਲੱਗ ਰਿਹਾ ਸੀ ਸਭ ਨੂੰ। ਅ ਸਟ੍ਰੇਂਜਰ ਆਫ ਸਚ ਅਨਕਾਮਨ ਅਪੀਅਰੈਂਸ ਸੈਟ ਆਲ ਟੰਗਸ ਵੈਗਿੰਗ, ਯਾਨੀ ਉਹ ਸਟ੍ਰੇਂਜਰ ਬਾਰੇ ਹਰ ਕੋਈ ਗੱਲਾਂ ਕਰ ਰਿਹਾ ਸੀ ਕਿ ਹਾਂ ਉਹ ਇਸ ਟਾਈਮ ਦੇ ਵਿੱਚ ਕਿਉਂ ਆ ਰਿਹਾ। ਮਿਸਿਸ ਹਾਲ ਦ ਲੈਂਡਲੋਰਡਸ ਵਾਈਫ ਮੇਡ ਐਵਰੀ ਐਫਰਟ ਟੂ ਬੀ ਫਰੈਂਡਲੀ, ਮਿਸਿਸ ਹਾਲ ਸੀ ਜੋ ਲੈਂਡਲੋਰਡ ਦੀ ਵਾਈਫ ਸੀ ਜੋ, ठीक है, बहुत फ्रेंडली बिहेव कर दिया ग्रिफिन दे नाल, बट ग्रिफिन हैड नो डिज़ायर टू टॉक एंड टोल्ड हर, बट ग्रिफिन है जिहड़ी उहदी कोई इच्छा नहीं हैगी उहदे नाल गल करन दी, ते ओह की कह रहा, माई रीजन फॉर कमिंग टू आइपिंग इज़ अ डिज़ायर फॉर सॉलीट्यूड, कहते मैं इत्थे आया ही इस करके हाँ क्योंकि मैं सॉलीट्यूड चाहता, लोनलीनेस चाहता। आई डू नॉट विश टू बी डिस्टर्बड इन माई वर्क, मैं नहीं चाहता कि मैनू मेरे काम च कोई डिस्टर्ब करे। बिसाइड्स एन एक्सीडेंट हैज़ अफेक्टेड माई फेस, कहता एक्सीडेंट के कारण मेरा फेस है जो इफेक्ट हो गया है। सैटिस्फाइड दैट हर गेस्ट वॉज एन एसेंट्रिक साइंटिस्ट, ठीक है, बहुत ही ज़्यादा अजीब साइंटिस्ट सी, ठीक है, इस चीज़ तो सैटिस्फाई सीगा। दैन मिसिज हॉल सी जो वो भी सैटिस्फाई हो गई कि ठीक है कि ये बहुत ज़्यादा अजीब जहा बिहेव कर रहा है। एंड इन व्यू ऑफ द फैक्ट दैट ही हैड पेड हर इन एडवांस, पर उन्होंने कोई मतलब ही नहीं सी क्योंकि उन्हें पहले ही पे करता सी अपना सारा होटल द बुकिंग वगैरह सी फर्स्टली पे करती सी। मिसिज हॉल वॉज प्रिपेयर टू एक्सक्यूज हिज स्ट्रेंज हैबिट्स, मिसिज हॉल सी जो, ठीक है, रेडी सी ਉਹਦੇ अजीब बिहेवियर के लिए, इरीटेबल टैंपर के लिए, वो इन्ना ज़्यादा गुस्सा करता सी, उन्हें एक्सैप्ट कर लिया कि ठीक है पर्सन ही ऐसा है। बट द स्टोलन मनी डिड नॉट लास्ट लॉन्ग, पर कहते चोरी का पैसा है जो ज़्यादा टाइम नहीं रहिंदा हुंदा। एंड प्रेजेंटली ग्रिफिन हैड टू एडमिट दैट ही हैड नो मोर रेडी कैश, बट ग्रिफिन सी जिहड़ा उन्हें की एक्सैप्ट किया कि हुण उहदे कोल होर कैश नहीं है। He pretended, however, that he was expecting a check to arrive at any moment, but वो pretend कर रहा सी, दिखावा कर रहा सी, बहाने कर रहा सी कि उहदा चेक है जो कुछ टाइम तक आ जाएगा। Shortly afterwards, a curious episode occurred. कुछ ही टाइम दे विच एक अजीब घटना हुई। Very early in the morning, a clergyman and his wife was awakened by noises in the study, ठीक है, clergyman कौन है, priest, ठीक है। वेरी अर्ली इन द मॉर्निंग, सुबह सुबह की होया, उन्होंने कुछ आवाज़ां सुनाई दित्तियां। क्रीपिंग डाउन स्टेयर्स दे हेयर द चिंक ऑफ मनी बीइंग टेकन फ्रॉम द क्लर्जीमैनस डेस्क, बट जदों नीचे डाउन स्टेयर्स गए उन्होंने कुछ मनी दे काउंट होने की आवाज़ सुनाई दित्ती, ठीक है। क्लर्जीमैन के डेस्क दे विच उन्हां दी मनी पई हुंदी सी, यानी डेस्क ड्रॉर दे विच मनी पई हुंदी सी, उन्होंने आवाज़ सुनाई दित्ती मनी दे काउंट होने की। विदाउट मेकिंग एनी नॉइज़ and with the poker grasped firmly in his hand, the clergyman flung open the door and surrendered, बिना किसी आवाज़ तो, ठीक है। क्लर्जीमैन से जो पोकर हुंदा बेटा, जो चिमनीज़ बनिया होंदियां ने उन्हां दे नीचे हीट हुंदी है, ठीक है, कोले वगैरह हुंदे ने, उन्हां नूं हिलाउण दे लई एक इंस्ट्रूमेंट यूज़ किया जाता है, ठीक है, उन्हों की बोलते हैं पोकर कहते हैं। उन्हें अपने हाथ दे विच पोकर लिया, ठीक है, और एकदम दरवाज़ा खोलिया क्लर्जीमैन ने, सरंडर, उन्होंने की कहा कि हुण तुसीं पकड़े गए हो, सरंडर कर दो। दैन बेटा ये सी फर्स्ट पार्ट मेरी वीडियो का। दैन नैक्सट पार्ट दे विच नैक्सट चैप्टर है जो अपना रह गया वो कंटीन्यू करांगे। टिल दैन गुड बाय।